हाँ जी, एज़ यू ऑल नो कि अपना जो चैनल है लेट अस लर्न टुगैदर उसਦੇ ਉੱਪਰ ਆਪਾਂ ਮਾਸਟਰ ਕਾਡਰ ਫਿਜ਼ਿਕਸ ਦਾ ਜੋ ਸਿਲੇਬਸ ਹੈ ਉਹ ਸਟਾਰਟ ਕੀਤਾ ਹੋਇਆ ਸੀ। ਕੁਝ ਟੌਪਿਕਸ ਆਪਾਂ ਕਵਰ ਕਰ ਲਏ ਸੀ ਅਤੇ ਕੁਝ ਟੌਪਿਕਸ ਆਪਣੇ ਰਹਿੰਦੇ ਸੀ। ਤਾਂ ਹੁਣ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਸਾਰਾ ਸਿਲੇਬਸ ਹੀ ਕਵਰ ਕਰ ਲਈਏ। ਬਿਫੋਰ ਜੋ ਆਪਣੇ ਕੋਲ ਮਾਸਟਰ ਕਾਡਰ ਦਾ ਨਿਊ ਨੋਟੀਫਿਕੇਸ਼ਨ ਹੈ ਆਪਾਂ ਕੋਸ਼ਿਸ਼ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਆਪਣਾ ਸਿਲੇਬਸ ਕਵਰ ਕਰ ਲਈਏ। ਤਾਂ ਆਪਾਂ ਸਟਾਰਟ ਕੀਤਾ ਹੋਇਆ ਸੀ ਨਿਊਕਲੀਅਰ ਐਂਡ ਪਾਰਟੀਕਲ ਫਿਜ਼ਿਕਸ। ਉਸਦੇ ਕੁਝ ਸਬ ਟੌਪਿਕਸ ਆਪਾਂ ਕਵਰ ਕਰ ਚੁੱਕੇ ਸੀ ਅਤੇ ਕੁਝ ਆਪਣੇ ਰਹਿੰਦੇ ਸੀ। ਤਾਂ ਆਪਾਂ ਸਟਾਰਟ ਕਰਾਂਗੇ ਜੋ ਆਪਣਾ ਟੌਪਿਕ ਜਿੱਥੋਂ ਆਪਾਂ ਛੱਡਿਆ ਸੀ ਪਹਿਲਾਂ ਪ੍ਰੀਵੀਅਸ ਕਲਾਸਿਸ ਦੇ ਵਿੱਚ। ਆਪਾਂ ਸਟਾਰਟ ਕਰਾਂਗੇ ਗਾਮਾ ਡੀਕੇ ਐਂਡ ਇੰਟਰਨਲ ਕਨਵਰਜ਼ਨ ਤੋਂ ਆਪਾਂ ਸਟਾਰਟ ਕਰਾਂਗੇ। ਤਾਂ ਇੱਕ ਰਿਕੁਐਸਟ ਹੈ ਕਿ ਆਪਣੇ ਜੋ ਵੀ ਵੀਡੀਓਜ਼ ਨੇ ਉਹਨਾਂ ਨੂੰ ਲਾਈਕ ਸ਼ੇਅਰ ਕਰੋ ਸੋ ਦੈਟ ਜਿੰਨੇ ਜ਼ਿਆਦਾ ਵਿਊਜ਼ ਆਉਣਗੇ, ਜਿੰਨਾ ਜ਼ਿਆਦਾ ਸ਼ੇਅਰ ਕਰੋਗੇ ਉਨੀ ਜ਼ਿਆਦਾ ਮੋਟੀਵੇਸ਼ਨ ਮਿਲੂਗੀ ਅਤੇ ਉਨਾ ਜ਼ਿਆਦਾ ਆਪਾਂ ਹੋਰ ਕੌਨਫੀਡੈਂਸ ਦੇ ਨਾਲ ਸਿਲੇਬਸ ਹੈ ਜਿਹੜਾ ਉਹ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਆਪਾਂ ਸਟਾਰਟ ਕਰਾਂਗੇ ਗਾਮਾ ਰੇ ਐਮਿਸ਼ਨ ਤੋਂ। ਗਾਮਾ ਰੇ ਐਮਿਸ਼ਨ ਡਿਸਕਸ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਮਾਈਂਡ 'ਚ ਸਵਾਲ ਕੀ ਆਉਂਦਾ ਕਿ ਗਾਮਾ ਰੇਜ਼ ਹੁੰਦੀਆਂ ਕੀ ਨੇ। ਗਾਮਾ ਰੇਜ਼ ਕੀ ਹੁੰਦੀਆਂ ਨੇ? ਇਹ ਇਲੈਕਟ੍ਰੋਮੈਗਨੈਟਿਕ ਵੇਵਜ਼ ਹੁੰਦੀਆਂ ਨੇ। ਇਲੈਕਟ੍ਰੋਮੈਗਨੈਟਿਕ ਵੇਵਜ਼ ਕਿਹੜੀਆਂ ਹੁੰਦੀਆਂ ਨੇ? ਜਿਨ੍ਹਾਂ 'ਤੇ ਇਲੈਕਟ੍ਰਿਕ ਅਤੇ ਮੈਗਨੈਟਿਕ ਫੀਲਡ ਦੋਨਾਂ ਦਾ ਹੀ ਇਫੈਕਟ ਹੁੰਦਾ। ਤਾਂ ਇਲੈਕਟ੍ਰੋਮੈਗਨੈਟਿਕ ਵੇਵਜ਼ ਹੁੰਦੀਆਂ ਨੇ ਜਿਹੜੀਆਂ ਕਿ ਨਿਊਕਲੀਅਸ ਦੇ ਅੰਦਰੋਂ ਐਮਿਟ ਹੁੰਦੀਆਂ ਨੇ। ਆਪਣੇ ਕੋਲ ਐਟਮ ਹੁੰਦਾ, ਨਿਊਕਲੀਅਸ ਹੈ, ਨਿਊਕਲੀਅਸ ਦੇ ਆਲੇ ਦੁਆਲੇ ਕੀ ਹੁੰਦਾ? ਔਰਬਿਟਲ, ਜਿਸ ਦੇ ਵਿੱਚ ਇਲੈਕਟ੍ਰੋਨਸ ਕੀ ਕਰਦੇ ਆ? ਰਿਵੋਲਵ ਕਰਦੇ ਆ। ਤਾਂ ਨਿਊਕਲੀਅਸ ਦੇ ਅੰਦਰੋਂ ਰੇਡੀਏਸ਼ਨਸ ਐਮਿਟ ਹੋ ਰਹੀਆਂ ਨੇ। ਨਿਊਕਲੀਅਸ ਦੇ ਅੰਦਰ ਕੀ ਹੁੰਦੇ ਨੇ? ਨਿਊਕਲੀਓਨਸ ਹੁੰਦੇ ਨੇ, ਨਿਊਟਰੋਨਸ ਹੁੰਦੇ ਨੇ, ਪ੍ਰੋਟੋਨਸ ਹੁੰਦੇ ਨੇ। ਤਾਂ ਇਹ ਨਿਊਟਰੋਨਸ ਅਤੇ ਪ੍ਰੋਟੋਨਸ ਕਿੱਥੇ ਨੇ? ਨਿਊਕਲੀਅਸ ਦੇ ਅੰਦਰ। ਜਦੋਂ ਕੋਈ ਵੀ ਨਿਊਟਰੋਨ ਜਾਂ ਪ੍ਰੋਟੋਨ ਇੱਕ ਲੈਵਲ ਤੋਂ ਦੂਜੇ ਲੈਵਲ ਦੇ ਵਿੱਚ ਟਰਾਂਜੀਸ਼ਨ ਕਰਦਾ। ਕਈ ਵਾਰੀ ਕੀ ਹੁੰਦਾ, ਕੋਈ ਵੀ ਨਿਊਕਲੀਓਨ ਹੈ ਜਿਹੜਾ ਉਹ ਐਕਸਾਈਟਿਡ ਸਟੇਟ ਦੇ ਵਿੱਚ ਹੁੰਦਾ। ਐਕਸਾਈਟਿਡ ਸਟੇਟ ਕੀ ਹੁੰਦੀ ਹੈ? ਅਨਸਟੇਬਲ। ਤਾਂ ਉਹ ਅਨਸਟੇਬਲ ਸਟੇਟ ਦੇ ਵਿੱਚ ਰਹਿ ਨਹੀਂ ਸਕੂਗਾ, ਉਹ ਗਰਾਊਂਡ ਸਟੇਟ ਦੇ ਵਿੱਚ ਆਊਗਾ, ਸਟੇਬਲ ਸਟੇਟ ਦੇ ਵਿੱਚ। ਪਰ ਕਿਵੇਂ ਆਊਗਾ? ਕੋਈ ਰੇਡੀਏਸ਼ਨ ਉਹਦੇ ਵਿੱਚੋਂ ਕੀ ਹੋਊਗੀ? ਐਮਿਟ ਹੋਊਗੀ। ਜਿਹੜੀ ਉਹ ਰੇਡੀਏਸ਼ਨ ਐਮਿਟ ਹੁੰਦੀ ਹੈ ਐਕਸਾਈਟਿਡ ਸਟੇਟ ਟੂ ਗਰਾਊਂਡ ਸਟੇਟ ਦੇ ਵਿੱਚ ਆਉਣ ਦੇ ਲਈ, ਉਹ ਕਿਹੜੀ ਰੇਡੀਏਸ਼ਨਸ ਹੁੰਦੀਆਂ ਨੇ? ਗਾਮਾ ਰੇਡੀਏਸ਼ਨਸ। ਤਾਂ ਗਾਮਾ ਰੇਡੀਏਸ਼ਨਸ ਨਿਊਕਲੀਅਸ ਦੇ ਅੰਦਰੋਂ ਐਮਿਟ ਹੁੰਦੀਆਂ ਨੇ। ਕਿਉਂ ਹੁੰਦੀਆਂ ਨੇ? ਕਿਉਂਕਿ ਨਿਊਕਲੀਅਸ ਦੇ ਅੰਦਰ ਕੀ ਹੁੰਦੇ ਆ? ਨਿਊਕਲੀਓਨਸ। ਉਹ ਨਿਊਕਲੀਓਨਸ ਕਈ ਵਾਰ ਐਕਸਾਈਟਿਡ ਸਟੇਟ ਟੂ ਗਰਾਊਂਡ ਸਟੇਟ ਦੇ ਵਿੱਚ ਆਉਂਦੇ ਨੇ ਅਤੇ ਉਸ ਟਾਈਮ 'ਤੇ ਕਿਹੜੀਆਂ ਰੇਡੀਏਸ਼ਨਸ ਐਮਿਟ ਹੁੰਦੀਆਂ ਨੇ? ਗਾਮਾ ਰੇਡੀਏਸ਼ਨਸ। ਹੁੰਦਾ ਕੀ ਹੈ? ਗਾਮਾ ਰੇਡੀਏਸ਼ਨਸ ਹਮੇਸ਼ਾ ਅਲਫਾ ਜਾਂ ਬੀਟਾ ਪਾਰਟੀਕਲਸ ਦੀ ਰੇਡੀਏਸ਼ਨਸ ਤੋਂ ਅਲਫਾ ਜਾਂ ਬੀਟਾ ਪਾਰਟੀਕਲ ਦੀ ਜੋ ਐਮਿਸ਼ਨ ਤੋਂ ਬਾਅਦ ਹੀ ਹੁੰਦੀ ਹੈ। ਮਤਲਬ ਪਹਿਲਾਂ ਅਲਫਾ ਜਾਂ ਬੀਟਾ ਪਾਰਟੀਕਲ ਐਮਿਟ ਹੁੰਦਾ, ਉਸ ਤੋਂ ਬਾਅਦ ਗਾਮਾ ਪਾਰਟੀਕਲ ਐਮਿਟ ਹੁੰਦਾ। ਹੁਣ ਇਹਦੀ ਗਾਮਾ ਜੋ ਹੁੰਦੀਆਂ ਨੇ ਗਾਮਾ ਰੇਡੀਏਸ਼ਨਸ ਜਿਹੜੀਆਂ ਹੁੰਦੀਆਂ ਨੇ, ਦੀਜ਼ ਐਮਿਸ਼ਨ ਆਫ ਗਾਮਾ ਰੇਡੀਏਸ਼ਨਸ ਇਜ਼ ਫੋਲੋਡ ਬਾਈ ਅਲਫਾ ਔਰ ਬੀਟਾ ਪਾਰਟੀਕਲ ਰੇਡੀਏਸ਼ਨਸ। ਮਤਲਬ ਪਹਿਲਾਂ ਅਲਫਾ ਜਾਂ ਬੀਟਾ ਪਾਰਟੀਕਲ ਐਮਿਟ ਹੁੰਦਾ, ਫਿਰ ਗਾਮਾ ਰੇਡੀਏਸ਼ਨਸ। ਹੁੰਦਾ ਕੀ ਹੈ? ਕੋਈ ਵੀ ਨਿਊਕਲੀਅਸ ਹੈ, ਰੇਡੀਓ ਐਕਟਿਵ ਨਿਊਕਲੀਅਸ, ਆਪਾਂ ਨੂੰ ਪਤਾ ਰੇਡੀਓ ਐਕਟਿਵ ਨਿਊਕਲੀਅਸ ਕੀ ਹੁੰਦਾ? ਉਸ ਦੇ ਵਿੱਚ ਸਟੇਬਿਲਿਟੀ ਘੱਟ ਹੁੰਦੀ ਹੈ, ਉਹ ਅਲਫਾ ਜਾਂ ਬੀਟਾ ਪਾਰਟੀਕਲਸ ਰੇਡੀਏਟ ਕਰਦਾ ਰਹਿੰਦਾ। ਤਾਂ ਜੋ ਰੇਡੀਓ ਐਕਟਿਵ ਐਲੀਮੈਂਟ ਹੈ ਉਸਨੇ ਓਰੀਜਨਲ ਨਿਊਕਲੀਅਸ ਹੈ ਉਸਨੇ ਅਲਫਾ ਜਾਂ ਬੀਟਾ ਪਾਰਟੀਕਲ ਕੁਛ ਵੀ ਐਮਿਟ ਕਰਤਾ। ਅਲਫਾ ਜਾਂ ਬੀਟਾ ਪਾਰਟੀਕਲ ਡੀਕੇ ਹੋ ਗਿਆ, ਮਤਲਬ ਉਸਦੇ ਵਿੱਚੋਂ ਨਿਕਲ ਗਿਆ। ਠੀਕ ਹੈ, ਅਲਫਾ ਪਾਰਟੀਕਲ ਨਿਕਲਿਆ ਜਾਂ ਬੀਟਾ ਪਾਰਟੀਕਲ ਨਿਕਲਿਆ, ਉਸ ਤੋਂ ਬਾਅਦ ਇੱਕ ਸਟੇਟ ਆ ਗਈ। ਜਿਹੜੀ ਇਹ ਸਟੇਟ ਹੈ ਮਤਲਬ ਨਿਊਕਲੀਅਸ ਤੋਂ ਓਰੀਜਨਲ ਨਿਊਕਲੀਅਸ ਤੋਂ ਨਿਊ ਨਿਊਕਲੀਅਸ ਤਾਂ ਬਣ ਗਿਆ। ਜਿਵੇਂ ਦੇਖੋ ਇੱਥੇ ਯੂਰੇਨੀਅਮ ਹੈ, ਯੂਰੇਨੀਅਮ ਨੇ ਅਲਫਾ ਪਾਰਟੀਕਲ ਐਮਿਟ ਕੀਤਾ ਅਤੇ ਆਪਣੇ ਕੋਲ ਕੀ ਬਣ ਗਿਆ? ਥੋਰੀਅਮ। ਯੂਰੇਨੀਅਮ ਦਾ ਐਟੋਮਿਕ ਨੰਬਰ 92, ਮਾਸ ਨੰਬਰ 238। ਥੋਰੀਅਮ ਦਾ 90 ਅਤੇ ਮਾਸ ਨੰਬਰ 234। ਬਿਕੋਜ਼ ਆਪਾਂ ਨੂੰ ਪਤਾ ਅਲਫਾ ਪਾਰਟੀਕਲ 2 ਹੀਲੀਅਮ 4 ਹੁੰਦਾ, ਐਟੋਮਿਕ ਨੰਬਰ ਬਾਈ 2 ਰਿਡਿਊਸ ਹੋ ਜਾਏਗਾ ਅਤੇ ਮਾਸ ਨੰਬਰ ਬਾਈ 4। ਜੋ ਇਹ ਥੋਰੀਅਮ ਹੈ ਇਹ ਸਟਿਲ ਐਕਸਾਈਟਿਡ ਸਟੇਟ ਦੇ ਵਿੱਚ ਹੈ, ਮਤਲਬ ਐਕਸਾਈਟਿਡ ਸਟੇਟ 'ਚ ਅਨਸਟੇਬਲ ਹੈ, ਗਰਾਊਂਡ ਸਟੇਟ ਦੇ ਵਿੱਚ ਨਹੀਂ ਆਇਆ ਅਜੇ ਇਹ। ਜਿਵੇਂ ਇੱਥੇ ਤੱਕ ਆਪਣੇ ਕੋਲ ਪਹਿਲਾਂ ਯੂਰੇਨੀਅਮ ਹੈ, ਫਿਰ ਆਪਣੇ ਕੋਲ ਥੋਰੀਅਮ ਆ ਗਿਆ, ਪਰ ਇਹ ਥੋਰੀਅਮ ਕੀ ਹੈ? ਐਕਸਾਈਟਿਡ ਸਟੇਟ 'ਚ। ਹੁਣ ਇਹ ਥੋਰੀਅਮ ਹੈ ਐਕਸਾਈਟਿਡ ਸਟੇਟ 'ਚ, ਇਹ ਗਰਾਊਂਡ ਸਟੇਟ ਦੇ ਵਿੱਚ ਕਿਵੇਂ ਆਊਗਾ? ਆਪਾਂ ਦੇਖਿਆ ਸੀ ਕਿ ਐਕਸਾਈਟਿਡ ਟੂ ਗਰਾਊਂਡ ਸਟੇਟ ਦੇ ਵਿੱਚ ਆਉਣ ਦੇ ਲਈ ਇਸਨੂੰ ਕੀ ਕਰਨਾ ਪਊਗਾ? ਗਾਮਾ ਰੇਡੀਏਸ਼ਨ ਐਮਿਟ ਕਰਨੀਆਂ ਪੈਣਗੀਆਂ। ਤਾਂ ਫਿਰ ਕੀ ਹੋਊਗਾ? ਗਾਮਾ ਡੀਕੇ ਹੋਊਗਾ ਅਤੇ ਐਕਸਾਈਟਿਡ ਟੂ ਗਰਾਊਂਡ ਸਟੇਟ ਆ ਜਾਏਗਾ।
मतलब बहुत सिंपल जिहा कॉन्सैप्ट है। पहला अल्फा या बीटा डीके हुंदा है, एटम एक्साइटेड स्टेट दे विच रहिंदा है, फिर उहनूं गामा रेडिएशनस एमिट करके वो ग्राउंड स्टेट दे विच आ जांदा है। इहनूं ते आपां एग्जाम्पल दी हैल्प नाल देखो, पहला यूरेनियम है, अल्फा पार्टिकल एमिट करके थोरीयम बन गया। थोरीयम एक्साइटेड स्टेट दे विच है, तां जदों उहने गामा पार्टिकल एमिट कीता फिर वो ग्राउंड स्टेट दे विच आ गया। दिस एक्स स्टैंड्स फॉर एक्साइटेड एंड दिस स्टैंड्स फॉर ground state or stable state, we can see. So here is gamma decay and internal conversion. Gamma decay, what is gamma decay? Up to here concept is clear. Now we will study what is internal conversion. What is the meaning of internal conversion? How gamma decay leads to internal conversion. So we will discuss internal conversion now. Here is a atom. This is nucleus, these are orbitals in which electrons are present. So this is nucleus. As we know, gamma radiations are emitted from nucleus. Here are gamma rays. Suppose this gamma ray falls on electron. This electron is present in K shell. When this gamma ray falls on electron, photoelectric effect will occur. वट इज़ फोटो इलैक्ट्रिक इफैक्ट? की हुंदा फोटो इलैक्ट्रिक इफैक्ट? जदों भी किसी इलैक्ट्रॉन नूं कुछ एनर्जी मिले, वो इलैक्ट्रॉन दे वर्क फंक्शन तो वध होवे, मतलब इलैक्ट्रॉन पहला इत्थे ऑर्बिटल दे विच रिवॉल्व कर रहा है, इहनूं कुछ एनर्जी मिली जदों गामा रे इस दे उपर फॉल कीता, कुछ एनर्जी तो इहनूं चाहीदी हुंदी है फ्री होण दे लई, ऑर्बिटल दे विचों फ्री होण दे लई, जिहनूं आपां वर्क फंक्शन कहने आ भी ऑर्बिटल दे विचों फ्री हो गया है, कुछ एनर्जी चाहीदी हुंदी है फिर इहनूं मूव करन लई, बाहर निकलण दे लई कोई काइनैटिक एनर्जी चाहीदी है। तां जे गामा रे जो है इहदी एनर्जी एच न्यू है, तां ही एच न्यू दो पार्ट्स दे विच डिवाइड होगी, डबल्यू नोट प्लस हाफ एम वी स्केयर। डबल्यू नोट मतलब पहला कुछ पोर्शन वह वर्क फंक्शन के तौर पर यूज़ हो गया, मतलब इलैक्ट्रॉन फ्री हो गया, तो कुछ पोर्शन वह उन्होंने काइनैटिक एनर्जी प्रोवाइड करने के यूज़ हो गया, मतलब इलैक्ट्रॉन को काइनैटिक एनर्जी मिल गई, इलैक्ट्रॉन फ्री भी हो गया, बाहर भी चला गया। तो ये इस इफैक्ट में आप कहने फोटो इलैक्ट्रिक इफैक्ट, जो कोई इलैक्ट्रॉन एनर्जी लैके ऑर्बिटल तो बाहर चला जाता है, उन्होंने कहने फोटो इलैक्ट्रिक इफैक्ट। ये हुण एनर्जी कित्थों मिल रही है? गामा रे तो। गामा रे कित्थों निकल रही है? न्यूक्लीयस तो। न्यूक्लीयस तो जी गामा रे निकलती है उन्होंने आपां की कहने गामा डीके। तो ये गामा डीके होया तो इहने इलैक्ट्रॉन नूं बाहर कढ़ता, मतलब ये फोटो इलैक्ट्रिक इफैक्ट हो रहा है। ये क्वेश्चन है बहुत इंपॉर्टेंट कि गामा डीके दे नाल किहड़ा इफैक्ट हुंदा है, तो गामा डीके नाल किहड़ा इफैक्ट हो रहा है? फोटो इलैक्ट्रिक इफैक्ट। अप टू फोटो इलैक्ट्रिक इफैक्ट क्लीयर है कि हाँ जो गामा रे ने इलैक्ट्रॉन नूं हिट किया फोटो इलैक्ट्रिक इफैक्ट होया, किवें किवें उसकी एनर्जी मिली वो क्लीयर है सबनों कि वर्क फंक्शन है, काइनैटिक एनर्जी है। हुण की है कि एनर्जी जिहड़ी इलैक्ट्रॉन नूं बाहर जाण लई चाहीदी है वो वेरी करदी है ऑर्बिटल टू ऑर्बिटल। के शैल दे के ऑर्बिटल दे इलैक्ट्रॉन नूं होर घट एनर्जी की जरूरत है, जिवें एल शैल दे जो इलैक्ट्रॉन है उन्होंने होर ज़्यादा एनर्जी की जरूरत है, या वाइस वर्सा। मतलब कहने का मतलब ये है कि ऑर्बिटल टू ऑर्बिटल वेरी करती है जो एनर्जी होंदी है कि कितनी एनर्जी चाहिए है इलैक्ट्रॉन नूं शैल तो बाहर जाने लई, कि ऑर्बिटल तो बाहर जाने लई कितनी एनर्जी चाहिए है। के शैल वाले इलैक्ट्रॉन की अलग होगी, एल वाले की अलग होगी। हुण दूजी गल, जदों के शैल तो इलैक्ट्रॉन बाहर चला गया तो फिर स्पेस एम्पटी तो रहूगी नहीं, एल शैल का इलैक्ट्रॉन आऊगा वो आके उसकी स्पेस नूं की कर लूगा, ऑक्यूपाई कर लो। जिहड़ी ये जगह खाली हुई सी उत्थे एल शैल दे विचों इलैक्ट्रॉन ने आके उसकी जगह लै ली, ठीक है। तो इलैक्ट्रॉन ने आके एल शैल तो के शैल दे विच जगह लै ली, तो फिर उत्थे जदों यह इलैक्ट्रॉन इत्थे आया अपने कोल अगेन रेज एमिट होणगियां, किहड़ियां रेज एमिट होणगियां? एक्स रेज। तो इत्थे किहड़ियां रेज एमिट होंदियां ने? एक्स रेज एमिट होंदियां ने जदों एल शैल का इलैक्ट्रॉन आके के शैल च चला गया। सिमिलरली अगे एम शैल होगा, एन शैल होगा, वो अगे एवें हुंदा रहूगा कि जे एक लोअर लैवल के शैल दे विच इलैक्ट्रॉन निकलिया तो हायर लैवल दे विचों इलैक्ट्रॉन उत्थे आऊगा, उत्थे जदों इलैक्ट्रॉन आऊगा किहड़ियां रेज एमिट होणगियां? एक्स रेज एमिट होणगियां।
ਤਾਂ ਅਗਰ ਇਹ ਕੁਐਸਚਨ ਵੀ ਆ ਸਕਦਾ ਕਿ ਜਦੋਂ ਗਾਮਾ ਡੀਕੇ ਹੁੰਦਾ ਹੈ ਤਾਂ ਉਸ ਤੋਂ ਬਾਅਦ ਕੋਈ ਕਿਹੜਾ ਇਫੈਕਟ ਹੁੰਦਾ, ਫੋਟੋ ਇਲੈਕਟ੍ਰਿਕ ਇਫੈਕਟ, ਕਿਹੜੀਆਂ ਰੇਜ਼ ਐਮਿਟ ਹੁੰਦੀਆਂ ਨੇਗੀਆਂ ਇੰਟਰਨਲ ਕਨਵਰਜ਼ਨ ਤੋਂ ਬਾਅਦ, ਉੱਥੇ ਕਿਹੜੀਆਂ ਰੇਜ਼ ਐਮਿਟ ਹੁੰਦੀਆਂ ਨੇ, ਐਕਸ ਰੇਜ਼। ਤਾਂ ਇਹਨੂੰ ਇੰਟਰਨਲ ਕਨਵਰਜ਼ਨ ਕਿਉਂ ਕਹਿੰਦੇ ਆ ਆਪਾਂ, ਕਿਉਂਕਿ ਇੰਟਰਨਲੀ ਸਾਰਾ ਕੁਝ ਕਨਵਰਟ ਹੋ ਗਿਆ। ਦੇਖੋ ਹੋਣੀਆਂ ਸੀ ਐਮਿਟ ਗਾਮਾ ਰੇਜ਼ ਐਮਿਟ ਹੋਣੀਆਂ ਸੀ, ਬਟ ਐਮਿਟ ਕੀ ਹੋ ਗਿਆ, ਇਲੈਕਟ੍ਰੋਨ ਐਮਿਟ ਹੋ ਗਿਆ, ਐਕਸ ਰੇਜ਼ ਐਮਿਟ ਹੋ ਗਈਆਂ। ਇੰਟਰਨਲੀ ਐਟਮ ਦੇ ਅੰਦਰ ਹੀ ਸਾਰਾ ਕੁਝ ਕਨਵਰਟ ਹੋ ਗਿਆ, ਗਾਮਾ ਰੇ ਤੋਂ ਐਮਿਟ ਹੁੰਦੇ ਹੋ ਕੀ ਗਿਆ, ਇਲੈਕਟ੍ਰੋਨ ਅਤੇ ਐਕਸ ਰੇਜ਼। ਇਸੇ ਲਈ ਇਹਦਾ ਨਾਮ ਆਪਾਂ ਕੀ ਕਹਿੰਦੇ ਹਾਂ ਕਿ ਇਹ ਇੰਟਰਨਲ ਕਨਵਰਜ਼ਨ ਹੈ, ਸਾਰਾ ਕੁਝ ਐਟਮ ਦੇ ਵਿਦਿਨ ਹੀ ਹੋ ਰਿਹਾ ਹੈਗਾ। ਠੀਕ ਹੈ, ਤਾਂ ਵਿਦ ਦਿਸ ਕਲਾਸ ਆਪਣਾ ਜੋ ਇਹ ਟੌਪਿਕ ਸੀ ਗਾਮਾ ਡੀਕੇ ਐਂਡ ਇੰਟਰਨਲ ਕਨਵਰਜ਼ਨ ਇਹ ਕੰਪਲੀਟ ਹੋ ਰਿਹਾ ਹੈਗਾ।